ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚਿਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਇਕਬਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ, ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850। ਵਾਹਿਗੁਰੂ ਜੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਪ੍ਰਭ ਸਾਧ ਸੰਗ, ਪ੍ਰਭ ਸਾਧ ਸੰਗ ਪ੍ਰਭ ਸਾਧ ਸੰਗ। ਇਹਦੇ ਬਾਅਦੋਂ ਕੀ ਹੁੰਦਾ ਹੈ? ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਵੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਵੇਲੀ, ਕਰ ਕਿਰਪਾ ਪ੍ਰਭ ਸਾਧ ਤਪ ਲੋਏ ਲੋਏ ਹਾਥ ਮਰੋ, ਬਾਵਲ ਗੋਈ ਸੋ ਲੋੜ, तैसो मन में किया रोस, मुझे मुड़े शहनाई, तैसा इनकी मैं सार न जानी, जो बन खोए
पछतनी काली कोयल तू कित गुण काली अपने प्रीतम के हो फिर रहते होन कतहे सोह पाए जहाँ होए कृपाल ता प्रभु मिलाए वेदन खोई मुंद अकेली ना को साथी ना को साथी ना को थी मंगना कर कर कृपा हाँ जी कर जहाँ फिर देखा ता मेरा अल्लाह दिल्ली जहाँ फिर देखा ता मेरा अल्लाह दिल्ली अल्लो बेली अल्लो बेली कर कृपा प्रभु साध हाँ जी कर प्रभु साध वाट हमारी खरी उडीणी खने तिखी बहुत पैणी उस ऊपर मार्ग मेरा शेख फरीदा पंथ समार सवेरा उस ऊपर है मार्ग मेरा शेख फरीदा पंथ समार सवेरा शेख फरीदा पंथ समार कर कृपा प्रभु साध सारे प्रभु साध संग वाह हाँ जी कर प्रभु साध संग जहाँ फिर देखा ता मेरा अल्लाह दिल्ली जहाँ फिर देखा ता मेरा अल्लाह बेले फिर देखा ता मेरा अल्लाह बेले कर कृपा प्रभु साध कर कृपा प्रभु साध कृपा 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 अंदरों कृपा 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 जन्म जन्म का बिछड़िया
ਛੇਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਜਨਮ ਜਨਮ ਕਾ ਵਿਛੜਿਆ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਮੇਲੋ ਹਰ ਮੇਲੋ 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 ਸਜਣ ਸੈਣੇ ਮੇਲੋ ਸਜਣ ਸੈਣ ਸਜਣ ਸੈਣ ਕਿਰਪਾ 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 ਤੁਸੀਂ ਦਰਬਾਰ ਸਾਹਿਬ 3-4 ਘੰਟੇ ਜੁੜੋ ਸ਼ਹੀਦਾਂ ਸਾਹਿਬ ਜੁੜੋ ਇਸ ਤਰ੍ਹਾਂ ਸਤ ਸੰਗਤ ਵਿੱਚ ਜੁੜੋ ਇਹਦੇ 'ਚ ਕਿਹੜੀ ਰੁਕਾਵਟ ਹੈ ਜਾਂ ਗੁਰੂ ਜਾਣਦਾ ਜਾਂ ਤੁਸੀਂ ਜਾਣਦੇ ਹੋ ਛੇਵੇਂ ਪਾਤਸ਼ਾਹ ਦੇ ਅੱਡਿਓ ਝੋਲੀਆਂ ਕਿਰਪਾ 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 ਸਹੀ ਪਿਆਰੇ ਨੇ ਓ ਸਹੀ ਪਿਆਰੇ ਮੇਰਾ ਸਹੀ ਪਿਆਰੇ ਮੇਰਾ ਬੋਲੋ ਭੈਣੋ ਦੋ ਵਾਰੀ ਸਹੀ ਪਿਤਾ ਜੀ ਸਹੀ ਪਿਆਰੇ ਮੇਰਾ ਓ ਸਹੀ ਪਿਆਰੇ ਸਹੀ ਪਿਆਰੇ ਮੇਰਾ ਸਹੀ ਪਿਆਰੇ ਮੇਰਾ ਬੋਲੋ ਭੈਣੋ ਛੇਵੇਂ ਪਾਤਸ਼ਾਹ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਜਗ ਆਵੇ ਕਿਰਪਾ 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 ਕਰ ਕਿਰਪਾ ਪ੍ਰਭ ਸਾਧ ਕਰ ਕਿਰਪਾ ਪ੍ਰਭ ਸਾਧ ਸੰਗ ਪ੍ਰਭ ਸਾਧ ਸੰਗ ਮੇਲੀ ਪ੍ਰਭ ਸਾਧ ਸੰਗ ਮੇਲੀ ਓ ਜੀ ਪ੍ਰਭ ਸਾਧ ਸੰਗ ਮੇਲੀ ਪ੍ਰਭ ਸਾਧ ਸੰਗ ਮੇਲੀ ਸਾਰੀ ਸੰਗਤ ਛੇਵੇਂ ਪਾਤਸ਼ਾਹ ਦੇ ਪਿਆਰ ਵਿੱਚ ਲਾਡ ਵਿੱਚ ਪ੍ਰੀਤ ਵਿੱਚ ਭਾਵ ਵਿੱਚ ਪ੍ਰੇਮ ਵਿੱਚ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ ਜੀ। ਦਸੇ ਪਾਤਸ਼ਾਹੀਆਂ ਇੱਕੋ ਜੋਤ ਨੇ, ਪਰ ਅੱਜ ਛੇਵੇਂ ਪਾਤਸ਼ਾਹ ਦਾ ਯਤਨ ਕਰੋ ਸਾਰੀ ਸੰਗਤ ਆਪਣੀ ਸਿਮਰਤੀ ਵਿੱਚ ਛੇਵੇਂ ਪਾਤਸ਼ਾਹ ਨੂੰ ਲੈ ਆਓ। ਆ ਸੁਰਤੀ ਵਿੱਚ, ਸਿਮਰਤੀ ਵਿੱਚ, ਹਿਰਦੇ ਵਿੱਚ, ਰਸਨਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਧਰ ਕੇ ਗੱਜ ਕੇ ਆਖੋ ਸਤਨਾਮ। ਵਾਹਿਗੁਰੂ ਜੀ। ਇੱਕ ਪ੍ਰਕਰਨ ਲੜੀਵਾਰ ਮਹਾਰਾਜ ਸੇਵਾ ਲੈ ਰਹੇ ਨੇ। ਬਾਬੇ ਨਾਨਕ ਦੇ ਸਕੂਲ ਦੀਆਂ ਕਲਾਸਾਂ ਪਿਛਲੀ ਵਾਰੀ 13ਵੀਂ ਕਲਾਸ ਸਰਵਨ ਕੀਤੀ ਹੈ ਤੇ ਉਸ ਤਰ੍ਹਾਂ ਤੇ ਅੱਜ 14ਵੀਂ ਕਲਾਸ ਲੱਗਣੀ ਸੀ, ਪਰ ਕਾਫੀ ਸੰਗਤ ਦੇ ਵੀ ਫੋਨ ਕਿ ਜਿਹੜੀ 13ਵੀਂ ਕਲਾਸ ਹੈ ਇਹ ਡਬਲ ਕਰ ਦਈਏ, ਬਈ ਇਹਦੇ ਤੇ 2 ਦੀਵਾਨ ਵੀ ਥੋੜਾ ਹੋਰ ਮਟੀਰੀਅਲ दैवी गुणा वाला आखो सतनाम। क्योंकि उस दिन कुछ रह भी गया सी प्रकरण ते अज बाबे नानक दी स्कूल दियां 13वीं क्लास ते ही विचार सेवा। कई संगत नवी आई होंदी है, एक बारी बोल के फिर महाराज 13वीं क्लास की जिहड़ी थोड़ी जी होर इहदी विचार खुल के इहदा लाभ बड़ा है। तो बाबे नानक दे स्कूल दी पहली क्लास गुरबाणी पढ़न लई उदम शुरू हो जाता है। अर्थ नहीं पता, रस नहीं पता। बाबे नानक दे स्कूल दी दूजी क्लास मन पुणिया जाता है, चंगे ते मंदे दी पछाण हो जाती। बाबे नानक दे स्कूल दी तीजी क्लास चंगे कम्मां वल रुचि वधदी ते माड़े कम्मां वल घटदी। बाबे नानक दे स्कूल दी चौथी क्लास इंद्रियां ते कंट्रोल होना शुरू हो जाए। बाबे नानक दे स्कूल दी 5वीं क्लास कुछ पुण्य दान वल रुचि वधदी है, मैं भी पुण्य दान कर। बाबे नानक दे स्कूल दी 6वीं क्लास गुरबाणी विचों रस आउणा शुरू हो जाए। बाबे नानक दे स्कूल दी 7वीं क्लास गुरबाणी दी डूंघाई च जाना शुरू हो जाता है, चुभी मारदा डूंघी। अर्थ की ने, अर्थां मुताबक मैं कित्थे खड़ा। बाबे नानक दे स्कूल दी 8वीं क्लास खाण विच ते होर किरिया विच सादगी आ जांदी। बाबे नानक दे स्कूल दी 9वीं क्लास पहरावे विच भी सादगी आ जाती। बाबे नानक दे स्कूल दी 10वीं क्लास आ जगत बिनसनहार नजर आउणा शुरू हो जाता, टेंशन खत्म। घर छोटा, गुआंढी दा वड्डा, कोई टेंशन नहीं, चले इन्हें भी जाना है, चले मैं भी जाना। आखो सतनाम। हाँ, जगत बिनसनहार शुरू हो जाता नजर। अद्धा इंच इधर की, अद्धा इंच उधर की, झगड़े खत्म हो जाते। ये 10वीं क्लास
ਬਾਬੇ ਨਾਨਕ ਦੇ ਸਕੂਲ ਦੀ 11ਵੀਂ ਕਲਾਸ ਵਿਛੋੜਾ ਮਹਿਸੂਸ ਹੋਣ ਕਰਕੇ ਬੰਦਾ ਵੈਰਾਗ ਵਿੱਚ ਰਹਿੰਦਾ। ਵੈਰਾਗ। ਬਾਬੇ ਨਾਨਕ ਦੇ ਸਕੂਲ ਦੀ 12ਵੀਂ ਕਲਾਸ ਸਭ ਤੋਂ ਵੱਡਾ ਰੋਗ ਹਉਮੈ ਤੇ ਵੀ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਇਹਦਾ ਤੇ ਸਵਾਦ ਹੀ ਬੜਾ, ਕੀ ਦੱਸਾਂ। ਜਿਹਨੇ 12ਵੀਂ ਕਲਾਸ ਨੂੰ ਪਕੜ ਲਿਆ ਉਹਦਾ ਸਭ ਕੁਝ ਕੀਤਾ ਥਾਂ ਪੈਂਦਾ। ਜਿਹਨੇ 12ਵੀਂ ਕਲਾਸ ਨੂੰ ਪਕੜ ਲਿਆ ਗੁਰੂ ਉਹਦੇ ਪੜਦੇ ਵੀ ਕੱਜਦਾ। ਜਿਹਨੇ 12ਵੀਂ ਕਲਾਸ ਨੂੰ ਪਕੜ ਲਿਆ ਉਹ ਜਿੱਥੇ ਜਾਂਦਾ ਗੁਰੂ ਉਹਦੇ ਨਾਲ ਵੀ ਜਾਂਦਾ। ਜੇ ਇਹ ਹਉਮੈ ਨੂੰ ਕੰਟਰੋਲ ਨਹੀਂ ਕੀਤਾ, ਤੁਹਾਡੇ ਕੋਲੋਂ ਕੋਈ ਚੰਗਾ ਕੰਮ ਵੀ ਹੋ ਗਿਆ ਨਾ, ਕੋਈ ਚੰਗਾ ਕੰਮ ਤੇ ਹਉਮੈ ਕੰਟਰੋਲ 'ਚ ਨਹੀਂ, ਘੰਟੇ ਬਾਅਦ ਚੰਗਾ ਕੰਮ ਵੀ ਪਲਟ ਜਾਏ, ਪਰਚਾ ਪੈ ਜਾਂਦਾ ਉਸ ਆ। ਜੇ ਮੈਂ ਨਾ ਕੰਟਰੋਲ 'ਚ, ਬੰਦਾ 10,000 ਬੈਠਾ ਭਾਵੇਂ ਤੇਰੇ ਕਰਕੇ ਜੁੜ ਗਿਆ, ਲੇਕਿਨ ਜੇ ਤੂੰ ਉੱਥੇ ਖੜਾ ਹੈ ਹੋ ਸਭਨ ਕੀ, ਇਹਨਾਂ ਸਾਰਿਆਂ ਦੀ ਮੈਂ ਚਰਨ ਧੂੜੀਆਂ ਤੇ ਗੁਰੂ ਤੈਨੂੰ ਅੰਗ ਸੰਗ ਹੋ ਕੇ ਵਰਤੇਗਾ। ਜਰਾ ਜਾ ਆ ਗਿਆ ਮੇਰੇ ਕਰਕੇ, ਅੱਧੇ ਪੌਣੇ ਘੰਟੇ 'ਚ ਪਰਚੇ ਪੈਣੇ ਸ਼ੁਰੂ। 12ਵੀਂ ਕਲਾਸ ਹਉਮੈ ਸਭ ਤੋਂ ਵੱਡਾ ਰੋਗ, ਇਹਦੇ ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਤੇ 13ਵੀਂ ਕਲਾਸ ਦੈਵੀ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ। ਇਹ ਫਿਰ ਕੋਈ ਸੰਗਤਾਂ ਦਾ ਹੁਕਮ ਸੀ, ਇਹਨੂੰ ਥੋੜਾ ਜਿਹਾ ਲੰਬਾ ਗੁਰੂ ਕਰਾਵੇ। ਪਿਛਲੀ ਵਾਰੀ ਬੇਨਤੀ ਕੀਤੀ ਸੀ, ਦੈਵੀ ਗੁਣ ਹੁੰਦੇ ਨੇ, ਦਰਗਾਹੀ ਗੁਣ, ਅਧਿਆਤਮਕ ਗੁਣ, ਤੇ ਤੁਸੀਂ ਮਹਾਂਪੁਰਸ਼ਾਂ ਦੇ ਬਚਨ ਵੀ ਸੁਣੇ ਸੀ ਕਿ ਦੈਵੀ ਗੁਣਾਂ ਤੋਂ ਬਿਨਾਂ ਭਗਤੀ ਹੋ ਹੀ ਨਹੀਂ ਸਕਦੀ। ਜਦ ਤੱਕ ਇਹ ਨਾ ਹੋ, ਤੁਸੀਂ ਹਮਲਾ ਮਾਰਿਆ, ਇੱਕ ਹੀ ਪਾਠ ਜਪਜੀ ਸਾਹਿਬ ਹਾਜ਼ਰੀ ਲਾਈ, ਉਸ ਤੋਂ ਬਾਅਦ ਤੁਸੀਂ ਕਿਸੇ ਨਾਲ ਇੰਨਾ ਕ੍ਰੋਧ 'ਚ ਬੋਲੇ ਕਿ ਉਹਦੀ 10 ਬੰਦਿਆਂ ਸਾਹਮਣੇ ਬੇਇੱਜ਼ਤੀ ਕਰਤੀ। ਜਿੰਨੇ 21 ਪਾਠ ਜਪਜੀ ਸਾਹਿਬ ਕਰਕੇ ਪੁੰਨ ਬਣੇ ਸੀ, ਦੈਵੀ ਗੁਣ ਨਿਮਰਤਾ ਦਾ ਨਾ ਹੋਣ ਕਰਕੇ ਸਾਰੀ ਭਗਤੀ ਡੁੱਲ ਗਈ। ਦੈਵੀ ਗੁਣਾਂ ਦੇ ਸਦਕੇ ਭਗਤੀ ਸੰਭਾਲੀ ਜਾਂਦੀ, ਇੰਨੇ ਜ਼ਰੂਰੀ। ਤੋ ਆਓ 13ਵੀਂ ਕਲਾਸ ਤੇ ਕੁਝ ਹੋਰ ਵਿਚਾਰਾਂ, ਦੈਵੀ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ। ਇੱਕ ਵਾਰੀ ਇਹ ਪੰਕਤੀ ਬੋਲੋ ਨਾਲੇ ਮੰਗੋ। ਇਹ ਸਭ ਬਾਬੇ ਨਾਨਕ ਦੇ ਸਕੂਲ ਦੀਆਂ ਕਲਾਸਾਂ ਮਿਲਣਗੀਆਂ ਕਿੱਥੋਂ? ਸੰਗਤ ਵਿੱਚੋਂ, ਸਤ ਸੰਗਤ ਕਰਕੇ। ਪਾਇਓ ਤਰਲਾ ਅੰਦਰੋਂ ਜੀ, ਕਰ ਕਿਰਪਾ ਪ੍ਰਭ ਸਾਧ ਸੰਗ ਵੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਵੇਲੀ। ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਦੇਖਾਂ ਤਾਂ ਮੇਰਾ ਅੱਲਾ ਵੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਵੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਵੇਲੀ, ਹਾਂਜੀ ਕਰ ਕਿਰਪਾ ਪ੍ਰਭ ਸਾਧ ਸੰਗ ਵੇਲੀ। ਵਾਹ
ਕਰ ਕਿਰਪਾ ਪ੍ਰਭ ਸਾਧ ਸੰਗ ਹਾਂ ਕਰ ਕਿਰਪਾ ਪ੍ਰਭ ਸਾਧ ਸੰਗ 13ਵੀਂ ਕਲਾਸ। दैवी गुण आने शुरू हो जाते। पिछली वारी तुसी बचन सुनिया, यांगीर कहंदा देश विदेश तो संगतां आंदियां गुरु हरगोबिंद साहब, बहुत औरतां भी आंदियां ते माया भी आउंदी है, आके नमस्कार करदी संगत। ਤੁਹਾਡਾ ਮਨ ਨਹੀਂ ਡੋਲਦਾ? ਇੰਨੀਆਂ ਬੀਬੀਆਂ, ਤੁਹਾਡਾ ਮਨ ਕਾਬੂ 'ਚ ਕਿਵੇਂ ਰਹਿੰਦਾ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ, ਹੈ ਤੇ ਉਹ ਪੂਰੇ ਸੀ, ਸਾਡੇ ਲਈ ਸਮਝਾਇਆ। ਮਹਾਰਾਜ ਕਹਿੰਦੇ ਦੋ ਦੈਵੀ ਗੁਣ ਸਾਨੂੰ ਬਚਾ ਕੇ ਰੱਖਦੇ, ਸਾਡਾ ਮਨ ਡੋਲਣ ਨਹੀਂ ਦਿੰਦੇ। ਉਹ ਜਹਾਂਗੀਰ ਕਹਿੰਦਾ ਜੀ ਉਹ ਦੋ ਦੈਵੀ ਗੁਣ ਕਿਹੜੇ ਹੈ? ਮਹਾਰਾਜ ਕਹਿੰਦੇ ਜਿੰਨੀ ਸੰਗਤ ਬਾਹਰੋਂ ਆਉਂਦੀ, ਮਾਇਆ ਆਉਂਦੀ ਹੈ, ਔਰਤਾਂ ਆਉਂਦੀਆਂ, ਸਾਡਾ ਮਨ ਕਿਉਂ ਕਾਬੂ 'ਚ ਰਹਿੰਦਾ? ਦੋ ਦੈਵੀ ਗੁਣ ਜੀ ਉਹ ਕਿਹੜੇ ਹੈ? ਮਹਾਰਾਜ ਕਹਿੰਦੇ ਇੱਕ ਅਸੀਂ ਮੌਤ ਨੂੰ ਯਾਦ ਰੱਖਦੇ ਹਾਂ, ਇੱਕ ਅੱਲਾ ਨੂੰ ਯਾਦ ਰੱਖਦੇ। कभी ट्राई करो, मैं गुरु की जोरी च कहना, मैनू बड़ा ही लाभ होया। गल पता नहीं किहड़े पेज तो एक लाइन ही मिली है। कभी कोई वासना तंग करे ते ऐ किते तुहाडे ते दैवी गुण होवे, मौत याद होवे, पता नहीं तेरा कल दिन चढ़ना है कि वासनावां कंट्रोल च। महाराज कहते असी मौत नूं भी याद रखते हैं ते अल्लाह नूं भी। ए दो दैवी गुण नाल मन काबू च रहिंदा, कंट्रोल च रहिंदा, वासनावां आउंदी साडे लई पूर्ण। क्योंकि संगत दे बहुत फोन आए भी दैवी गुण हुंदे की है, पहले पता होवे फिर आपां आ दैवी गुण है। गुरु हरगोबिंद साहब गुरु ने, गुरगद्दी ते ने, आप गुरु ने, लेकिन ए दैवी गुण है कि उस गुरगद्दी ते हुंदियां भी निम्रता के नहीं है। ये मैं पढ़ के हैरान हो गया। कीरतपुर मोरी जी गुरु अमरदास जी दे पुत्र मोरी जी, उन्हां दा अगों पुत्र आनंद, आखो सतनाम। ये कई इतिहासकारां ने लिखिया गुरु अमरदास जी ने जो आनंद पैदा होया मोरी जी का, उदों ये आनंद साहब की बाणी उचारी खुशी। इधर छेवें पातशाह का समा, उधर आनंद है तो गुरु कुल चों सी। ये मोरी जी का सपुत्र आनंद कीरतपुर आ रहा है, उम्र वड्डी सी ते गुरु कुल चों सी ते पालकी च आ रहा है, पालकी च बैठा है ते चार शरीरां पालकी चुकी है। बई मोरी जी का बेटा आनंद आ रहा है कीरतपुर।
ਆ ਸਾਡਾ ਪਿਓ ਗੁਰੂ ਹਰਗੋਬਿੰਦ ਸਾਹਿਬ, ਉਹ ਆਨੰਦ ਗੁਰੂ ਅਮਰਦਾਸ ਜੀ ਦਾ ਪੋਤਰਾ ਹੋ ਗਿਆ, ਮੋਰੀ ਜੀ ਦਾ ਬੇਟਾ। ਉਹ ਦਰਸ਼ਨ ਕਰਨ ਆ ਰਿਹਾ ਕੀਰਤਪੁਰ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਐਡਾ ਦੇਵੀ ਗੁਣ, ਇਹ ਨਹੀਂ ਸੋਚਿਆ ਅਸੀਂ ਗੱਦੀ ਤੇ ਆ, ਅਸੀਂ ਗੁਰਗੱਦੀ ਤੇ ਆ, ਆ ਜਾਓ ਅੰਦਰ ਭੇਜ ਦਿਓ। ਐਨੀ ਨਿਮਰਤਾ, ਚਲੋ ਇੰਨੀ ਕੁ ਨਿਮਰਤਾ ਹੋ ਜਾਂਦੀ ਵੀ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਥੋੜੀ ਉੱਠ ਕੇ ਅੱਗੇ ਚਲੇ ਜਾਂਦੇ, ਆਓ ਬਈ ਜੀ ਐ, ਇੰਨੀ ਹੋ ਜਾਂਦੀ ਰਸਨਾ ਰਾਹੀਂ ਕਹਿੰਦੇ ਆਓ ਭਾਈ ਜੀ ਐ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੋਰੀ ਜੀ ਦਾ ਬੇਟਾ ਆਨੰਦ ਆ ਰਿਹਾ, ਅੱਗੇ ਆ ਗਏ। ਅਸਥਾਨ ਤੋਂ 100 ਗਜ ਅੱਗੇ ਆ ਗਏ, ਦੋਵਾਂ ਹੱਥਾਂ ਨਾਲ ਪਾਲਕੀ ਰੋਕਤੀ। ਉਹ ਪਾਲਕੀ 'ਚ ਬੈਠੇ ਸੀ ਆਨੰਦ, ਪਾਲਕੀ ਰੋਕਤੀ। ਹੁਣ ਉਹ ਸਮਝੇ ਵੀ ਅਸੀਂ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਉਹਨਾਂ ਕੋਲ ਪਾਲਕੀ 'ਚ ਬਹਿ ਕੇ ਖੜ ਰਹੇ ਆ ਆਨੰਦ ਜੀ ਨੂੰ, ਤਾਂ ਪਾਲਕੀ ਰੋਕੀ ਹੈ ਬਈ ਉਤਰ ਕੇ ਜਾਣਾ ਠੀਕ ਹੈ, ਉਹ ਇਹ ਸਮਝੇ। ਗੁਰੂ ਹਰਗੋਬਿੰਦ ਸਾਹਿਬ ਨੇ ਦੋਵਾਂ ਹੱਥਾਂ ਨਾਲ ਪਾਲਕੀ ਰੋਕ ਕੇ ਕੀ ਆਖਿਆ, ਮੋਰੀ ਜੀ ਦੇ ਪੁੱਤਰ ਆਨੰਦ ਜੀ ਆਏ ਨੇ, 4 ਬੰਦਿਆਂ ਪਾਲਕੀ ਚੁੱਕੀ ਏ, 4 ਵਿੱਚੋਂ ਇੱਕ ਸਰੀਰ ਪਾਸੇ ਹਟ ਜਾਓ, ਉਹਦੀ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪਾਲਕੀ ਮੈਂ ਮੋਢੇ ਤੇ ਚੁੱਕਦੀ। ਹੋਵੇ ਗੁਰੂ ਮਨ ਇਹਨਾਂ ਨਹੀਂ ਹੋਇਆ, ਇਹ ਸਾਡੇ ਲਈ ਪੂਰਨ ਹੈ, ਇਹਨੂੰ ਕੀ ਕਹੋਗੇ? ਇਹ ਕੋਈ ਛੋਟੀ ਗੱਲ ਨਹੀਂ ਕਿ ਮੋਰ ਜੀ ਦਾ ਬੇਟਾ ਆਨੰਦ ਆ ਰਿਹਾ ਪਾਲਕੀ ਤੇ ਗੁਰੂ ਹਰਗੋਬਿੰਦ ਸਾਹਿਬ ਮੋਢਾ ਲਾਇਆ। ਆਖੋ ਸਤਨਾਮ, ਗੁਰੂ ਆਪ ਮੋਢਾ, ਆ ਦੇਵੀ ਗੁਣ। ਹਾ ਹਾ ਹਾ, ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਬੋਲੋ ਭੈਣੋ ਸਿੱਖਾਂ, ਇਹ ਆਪਣੇ ਲਈ ਕਹਿ ਰਿਹਾ ਮੈਂ। ਗੁਰੂ ਹਰਗੋਬਿੰਦ ਸਾਹਿਬ ਤੁਸੀਂ ਸਾਨੂੰ ਪੂਰਨੇ ਪਾਏ, ਸਿੱਖ ਕਿਹੋ ਜਿਹਾ ਹੋਵੇ? ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਸਿੱਖਾਂ ਦਾ ਮਨ ਨੀਵਾ ਮਤ ਉੱਚੀ। ਗੱਜ ਕੇ ਭੈਣੋ, ਬਾਬਾ ਬੁੱਢਾ ਸਾਹਿਬ ਜੀ, ਹੁਣ ਸਾਰੀ ਸੰਗਤ ਦੱਸੋ, ਬਾਬਾ ਬੁੱਢਾ ਸਾਹਿਬ ਸਿੱਖ ਨੇ, 6ਵੇਂ ਪਾਤਸ਼ਾਹ ਗੁਰੂ। ਬਾਬਾ ਬੁੱਢਾ ਸਾਹਿਬ ਨੇ ਸੁਨੇਹਾ ਭੇਜਿਆ ਰਮਦਾਸ ਤੋਂ, 6ਵੇਂ ਪਾਤਸ਼ਾਹ ਦਰਸ਼ਨ ਦਿਓ, ਅਸੀਂ ਕੱਲ ਚੋਲਾ ਬਦਲ ਲੈਣਾ। ਮਹਾਰਾਜ ਚਲੇ ਗਏ। ਹੁਣ ਆ ਦੇਵੀ ਗੁਣ ਹੈ, ਹੋਵੇ ਗੁਰੂ ਤੇ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਵਾਲੇ ਬੰਨੇ ਖਲੋ ਕੇ ਇੰਜ ਹੱਥ ਜੋੜ ਕੇ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ ਮੈਨੂੰ ਵੀ ਕੋਈ ਉਪਦੇਸ਼ ਦੇ ਦੇ। ਆਖੋ ਸਤਨਾਮ, ਆ ਦੇਵੀ ਗੁਣ ਹੈ, ਮੈਨੂੰ ਵੀ ਕੋਈ ਉਪਦੇਸ਼ ਦੇ ਦੇ। ਇਹ ਸਾਡੇ ਲਈ ਪੂਰਨ ਹੈ, ਪ੍ਰੇਰਨਾ। ਔਰ ਮੈਂ ਹੈਰਾਨ ਹੁੰਨਾ, ਐਡਾ ਦੇਵੀ ਗੁਣ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਮਾਤਾ ਕੌਲਾਂ ਜੀ ਦਾ ਖੀਰਲਾ ਵੇਲਾ ਆਪ ਸੰਭਾਲਿਆ। ਕਰਤਾਰਪੁਰ ਸੂਰਜ ਪ੍ਰਕਾਸ਼ ਤੇ 15 ਦਿਨ ਲਿਖੇ ਨੇ, ਮਹਾਰਾਜ ਦੀਵਾਨ ਲਾਉਂਦੇ ਰਹੇ, ਆਪ ਸਾਰਾ ਉਹ ਕਾਰਜ ਕੀ। ਐਡਾ
ਐਡਾ ਦੇਵੀ ਗੁਣ ਨਿਮਰਤਾ। ਕਸ਼ਮੀਰ ਵਿੱਚ ਮਾਤਾ ਭਾਗ ਭਰੀ ਦਾ ਖੀਰਲਾ ਵੇਲਾ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਸੰਭਾਲਿਆ ਹੈ, ਆਪ ਸਾਰੀ ਕਾਰ। ਔਰ ਬਾਬਾ ਬੁੱਢਾ ਸਾਹਿਬ ਦਾ ਇਤਿਹਾਸ ਪੜ੍ਹੀਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦੇ ਵਿਵਾਨ ਨੂੰ ਮੋਢਾ ਵੀ ਆਪ ਦਿੱਤਾ। ਗੁਰੂ ਨੇ ਲੱਕੜਾਂ ਵੀ ਆਪ ਚਿਣੀਆਂ, ਅਗਨੀ ਵੀ ਆਪ ਤੇ ਮੋਢਾ ਵੀ ਆਪ। ਗੱਜ ਕੇ ਆਖੋ ਸਤਿਨਾਮ। ਨਾਲ ਨਾਲ ਪੜਿਓ ਪਿਆਰ ਨਾਲ। ਊਲੇ ਮਾਰਗ ਜਿਨੇ ਬਤਾਇਆ, ਊਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਇੱਕ ਬੜਾ ਪਿਆਰਾ ਜ਼ਿਕਰ ਹੈ 5-7 ਮਿੰਟ ਦਾ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਦਾਸ ਨੂੰ ਉਹਦੇ ਵਿੱਚੋਂ 2-3 ਦੇਵੀ ਗੁਣ ਲੱਭੇ। ਦੇਵੀ ਗੁਣ ਕੀ ਹੁੰਦੇ? ਇਹ ਕਾਬਲ ਤੋਂ ਸੰਗਤ ਆਈ 6ਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਅੰਮ੍ਰਿਤਸਰ ਹੈ ਜੀ। ਤੇ ਕਈ ਦਿਨਾਂ ਤੋਂ ਚੱਲੀ ਪੈਦਲ, ਤੇ ਹੁਣ ਜਿਵੇਂ ਖੀਰਲਾ ਪੜਾ ਨਾ ਮੰਨ ਲਓ, ਸਵੇਰੇ ਚੱਲਣ ਲੱਗੇ ਆ ਤੇ ਹਰ ਕਦੇ ਦਿਮਾਗ 'ਤੇ ਵੀ ਸ਼ਾਮੀ 5 ਵਜੇ ਅੰਮ੍ਰਿਤਸਰ ਪਹੁੰਚ ਜਾਣਾ ਦਰਬਾਰ ਸਾਹਿਬ, 6ਵੇਂ ਪਾਤਸ਼ਾਹ ਦੇ ਦਰਸ਼ਨ ਅੱਜ ਹੋਣੇ, 5 ਵਜੇ ਪਹੁੰਚ ਜਾਣਾ। ਉਹ ਜਿਹੜਾ ਸੰਗਤ ਦਾ ਮੁਖੀ ਸੀ ਨਾ, ਉਹ ਕਿਤੇ ਚੜ੍ਹਦੀ ਕਲਾ ਵਾਲਾ ਸੀ। ਸੰਗਤ ਨੇ ਜਲ ਪਾਣੀ ਛਕਿਆ ਤੇ 8 ਵਜੇ ਜਦੋਂ ਚੱਲਣ ਲੱਗੇ ਨਾ, ਹੁਣ ਉਸ ਦਿਨ ਦੇ ਪੜਾਅ ਲਈ ਵੀ ਅੱਜ ਸ਼ਾਮੀ ਪਹੁੰਚ ਜਾਣਾ। ਜਿਹੜਾ ਸੰਗਤ ਦਾ ਮੁਖੀ ਸੀ, ਉਹਨੇ ਇੱਕ ਸੰਗਤ ਨੂੰ ਬੇਨਤੀ ਕਰਤੀ ਕਿ ਸੰਗਤ ਜੀ ਜੇ ਪ੍ਰਵਾਨਗੀ ਦਿਓ ਤੇ ਇੱਕ ਜੈਕਾਰਾ ਬੁਲਾ ਦਈਏ ਕਿ ਹੁਣ ਤੁਰਨ ਲੱਗੇ ਆ, ਸ਼ਾਮੀ ਪਹੁੰਚਣਾ, ਤੇ ਜਦ ਤੱਕ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਾ ਹੋ ਜਾਣ, ਰਸਤੇ 'ਚ ਅੰਨ ਪਾਣੀ ਮੂੰਹ ਹੀ ਨਹੀਂ ਲਾਉਣਾ, ਕੋਈ ਪ੍ਰਸ਼ਾਦਾ ਪਾਣੀ ਛਕਣਾ ਹੀ ਨਹੀਂ। ਉਹ ਸਾਰਿਆਂ ਦੀ ਜੈਕਾਰਾ ਬੁਲਾਤਾ ਪ੍ਰਵਾਨਗੀ ਦੇ। ਹਰ ਇੱਕ ਨੂੰ ਅਸੀਂ ਵੀ ਚਲੋ 5-6 ਵਜੇ ਪਹੁੰਚ ਜਾਣਾ। ਹੁਣ ਸੰਗਤ ਵਿੱਚ ਕਹਿੰਦੇ ਕੁਝ ਬਜ਼ੁਰਗ ਸੀ, ਕੁਝ ਬੱਚੇ ਸੀ, ਤੇ ਹੁਣ ਅੱਜ ਕੱਲ੍ਹ ਵਾਲਾ ਤਾਂ ਕੰਮ ਨਹੀਂ ਗੱਡੀਆਂ ਦਾ, ਇੱਕ ਗੱਡੀ ਪਿੱਛੇ ਰਹਿ ਗਈ, ਚਲੋ ਆ ਜਾਏਗੀ। ਹੁਣ 2 ਬਜ਼ੁਰਗ ਵੀ ਥੱਕ ਗਏ, ਨਾਲ ਖੜਨਾ, ਬੱਚੇ ਕੁਝ ਥੱਕ ਗਏ ਨਾਲ, ਇਹ ਉਸ ਕਰਕੇ ਸੰਗਤ ਲੇਟ ਹੋ ਗਈ। ਜਿੱਥੇ 5 ਵਜੇ ਪਹੁੰਚਣਾ ਸੀ, ਸੰਗਤ ਪਹੁੰਚੀ ਰਾਤੀ 12 ਵਜੇ। ਜਿਹੜਾ ਮੁਖੀ ਸੀ ਨਾ, ਉਹਨੇ ਬੇਨਤੀ ਕੀਤੀ ਪਹਿਰੇਦਾਰ ਨੂੰ, ਸੰਗਤ ਕਾਬਲ ਤੋਂ ਆਈ ਤੇ ਦਰਸ਼ਨ ਮਹਾਰਾਜ ਜੀ ਦੇ। ਪਹਿਰੇਦਾਰ ਕਹਿੰਦਾ ਵੀ ਮਹਾਰਾਜ ਆਰਾਮ 'ਚ, ਹੁਣ ਤੇ ਸਵੇਰੇ 4 ਵਜੇ ਦਰਸ਼ਨ ਹੋਣਗੇ। ਇਹ ਜਿਹੜਾ ਜਥੇਦਾਰ ਸੀ, ਮੁਖੀ ਸੀ, ਉਹ ਸੰਗਤ ਨੂੰ ਕਹਿਣ ਲੱਗਾ ਵੀ ਜਿੱਥੇ ਜਗ੍ਹਾ ਮਿਲਦੀ ਲੇਟ ਜਾਓ, ਸਾਰੀ ਸੰਗਤ ਭੁੱਖੀ। ਤੇ ਗੁਰੂ ਹਰਗੋਬਿੰਦ ਸਾਹਿਬ, ਅਸੀਂ ਲੇਟ ਹੋ ਗਏ ਹਾਂ, ਆਰਾਮ 'ਚ ਨੇ, ਹੁਣ 4 ਵਜੇ। ਕਹਿੰਦੇ 12:15 ਵਜੇ ਤੇ ਗੁਰੂ ਹਰਗੋਬਿੰਦ ਸਾਹਿਬ ਬਾਹਰ ਆ ਗਏ। ਆਖੋ ਸਤਨਾਮ। ਬਾਹਰ ਪਹਿਰੇਦਾਰ ਕਹਿੰਦਾ ਮਹਾਰਾਜ ਜੀ ਅੱਜ ਕੀ ਗੱਲ?
12:15 ਹੀ ਕੁੰਡੀ ਖੁੱਲ ਗਈ 12। ਤੇ 6ਵੇਂ ਪਾਤਸ਼ਾਹ ਕਹਿੰਦੇ ਸੰਗਤ ਭੁੱਖੀ ਲੇਟੀ ਹੋਵੇ ਤੇ ਗੁਰੂ ਨੂੰ ਅੰਦਰ ਚੈਨ ਕਿਵੇਂ ਆ ਜਾਵੇ। ਆਖੋ ਸਤਿਨਾਮ। ਉਠਾਓ ਭਾਈ ਜਥੇਦਾਰ। ਉਹ ਜਥੇਦਾਰ ਨੂੰ ਉਠਾਇਆ। ਉਹਨੇ ਸਾਰੀ ਸੰਗਤ ਨੂੰ ਉਠਾਇਆ ਵੀ 6ਵੇਂ ਪਾਤਸ਼ਾਹ ਕਿਰਪਾ ਕੀਤੀ ਹੈ, ਆਪ ਦਰਸ਼ਨ ਦੇਣ। ਸਾਰੀ ਸੰਗਤ ਹਜੂਰ 6ਵੇਂ ਪਾਤਸ਼ਾਹ ਦੇ ਦੀਦਾਰੇ ਕਰ ਰਹੀ ਹੈ ਤੇ ਹੁਣ ਮਹਾਰਾਜ ਨੂੰ ਪਤਾ ਸੰਗਤ ਭੁੱਖੀ। ਬੁਲਾਓ ਪਈ ਲੰਗਰੀਆਂ ਪ੍ਰਸ਼ਾਦਾ ਪਾਣੀ ਸੰਗਤ ਲਈ ਲਿਆਓ। ਹੁਣ ਪਹਿਲਾ ਦੇਵੀ ਗੁਣ ਆਇਆ ਜੀ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅੱਜ ਸਾਰੀ ਸੰਗਤ ਨੂੰ ਪ੍ਰਸ਼ਾਦਾ ਮੈਂ ਛਕਾਉਣਾ। ਆਖੋ ਸਤਿਨਾਮ। ਇਹ ਦੇਵੀ ਨੂੰ ਫੀਲ ਨਾ ਕਰੋ। ਕਈ ਵਾਰੀ ਬੰਦਾ ਇੰਨੇ ਕੋਹਦੇ ਤੇ ਪਹੁੰਚ ਜਾਂਦਾ ਕਿ ਉਹਨੂੰ ਕੋਈ ਸੇਵਾ ਕਰਨੀ ਪੈ ਜੇ ਤੇ ਉਹਨੂੰ ਕਿਰਕ ਸਮਝਦਾ, ਛੋਟੀ ਗੱਲ ਸਮਝਦਾ। ਮਰ ਕਹਿੰਦੇ ਅੱਜ ਮੈਂ ਛਕਾਉਣਾ। ਹੁਣ ਮਹਾਰਾਜ ਜੀ ਦਾ ਸਾਨੂੰ ਬਖਸ਼ਿਆ। ਇਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਬਾਹਰ ਆਏ ਸਾਰੀ ਸੰਗਤ ਪਿਤਾ ਜੀ ਦੇ ਦੀਦਾਰੇ ਕਰ ਰਹੀ ਹੈ। ਮੇਰਾ ਦਿਲ ਕਰਦਾ ਹੈ ਜਿਵੇਂ ਮੈਂ ਪਹਿਲੇ ਕਿਹਾ ਨਾ, ਅੱਜ ਸੁਰਤੀ 'ਚ ਵੀ ਉਹਨਾਂ ਨੂੰ, ਹਿਰਦੇ 'ਚ ਵੀ, ਸਿਮਰਤੀ 'ਚ ਵੀ, ਰਸਨਾ ਦੇ ਵੀ। ਥੋੜਾ ਤੁਸੀਂ ਵੀ ਕਰੋ ਦੀਦਾਰੇ। ਖੂਬ ਤੇਰੀ ਪਗੜੀ ਮਿੱਠੇ ਤੇਰੇ ਤੋਂ, ਤੇਰੀ ਪਗੜੀ ਮਿੱਠੇ ਤੇਰੇ ਤੋਂ, ਤੇਰੀ ਪਗੜੀ ਮਿੱਠੇ ਤੇਰੇ ਤੋਂ, ਤੇਰੀ ਪਗੜੀ ਮਿੱਠੇ ਤੇਰੇ ਤੋਂ। ਖੂਬ ਤੇਰੀ ਕਾਹੇ ਕੇ ਮਘੋਲ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਮਿੱਠੇ ਤੇਰੇ ਬੋਲ। ਦਰਸ਼ਨ ਕਰਿਓ ਜੀ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਨ ਲੰਬੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ, ਸਾਵਲ ਸੁੰਦਰ ਰਾਮਈਆ, ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਏ। ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਮਹਾਰਾਜ ਦੇ ਦਰਸ਼ਨਾਂ ਵਿੱਚ ਬੜੀ ਕਿਰਪਾ ਸੀ। ਮੈਂ ਕੀ ਦੱਸਾਂ। ਮੈਨੂੰ ਬਾਬਾ ਕੁੰਦਨ ਸਿੰਘ ਜੀ ਨੇ ਇੱਕ ਵਾਰੀ ਬਚਨ ਸੁਣਾਇਆ ਸੀ। 6ਵੇਂ ਪਾਤਸ਼ਾਹ ਐਡੇ ਲੰਬੇ, ਐਡੇ ਸਡੋਲ, ਐਡੇ ਉਹਨਾਂ ਦੇ ਖਿੱਚ ਸੀ ਕਿ ਇਹ ਬਾਬਾ ਜੀ ਨੇ ਬਚਨ ਸੁਣਾਇਆ, ਮਹਾਰਾਜ ਦੇ ਸਰੀਰ ਦਾ 7 ਮਣ ਪੱਕਾ ਭਾਰ ਸੀ। ਹੁਣ ਉਦੋਂ ਦਾ ਮਣ ਹੋਰ ਸੀ। ਅੱਜ ਕੱਲ੍ਹ ਦਾ ਮਣ ਤੇ 40 ਕਿਲੋ ਦਾ। ਤੇ ਕਿਤੇ ਇਹ ਨਾ ਸਮਝਣਾ ਵੀ 6ਵੇਂ ਪਾਤਸ਼ਾਹ 280 ਕਿਲੋ ਦੇ ਸੱਤੂ ਚੋਕ ਠਾਈ। ਇਹ ਬਵੇਕਸਰ ਸਾਹਿਬ ਜੇ ਅੱਜ ਤੁਸੀਂ ਜਾਓਗੇ ਨਾ ਤੇ 6ਵੇਂ ਪਾਤਸ਼ਾਹ ਦੇ ਬੜੇ ਪਿਆਰੇ ਸਿੱਖ ਹੋਏ ਨੇ ਭਾਈ ਰੂਪ ਜੀ। ਉਹ ਉਹਨਾਂ ਦੀ ਕੁੱਲ ਵਿੱਚੋਂ ਭਾਈ ਰੂਪ ਜੀ ਨੂੰ 6ਵੇਂ ਪਾਤਸ਼ਾਹ ਨੇ ਖੁਸ਼ ਹੋ ਕੇ ਜੋ ਚੀਜ਼ਾਂ ਦਿੱਤੀਆਂ ਨਾ, ਅੱਜ ਉਹ ਦਰਸ਼ਨ ਕਰਾਏ ਜਾ ਰਹੇ ਬਵੇਕਸਰ ਸਾਹਿਬ। ਅੱਜ ਜਿੰਨੇ ਤੁਹਾਨੂੰ ਕੱਟੜ ਬੰਦੇ ਕਹਿੰਦੇ ਨਾ ਮਾਲਾ ਨਹੀਂ ਰੱਖਣੀ ਚਾਹੀਦੀ, ਤੇ ਅੱਜ ਸਾਰੀ ਸੰਗਤ ਬਵੇਕਸਰ ਭਾਈ ਰੂਪ ਜੀ ਦੀ ਕੁੱਲ ਵਿੱਚੋਂ ਉੱਥੇ ਸ਼੍ਰੋਮਣੀ ਕਮੇਟੀ ਦੀ ਆਗਿਆ ਨਾਲ ਦਰਸ਼ਨ ਕਰਾ ਰਹੇ ਆ। ਮਹਾਰਾਜ ਦਾ ਜਿਹੜਾ ਸਿਮਰਨਾ
ਜਿਹੜਾ ਮਹਾਰਾਜ ਗੁੱਟ ਤੇ ਪਾਉਂਦੇ ਸੀ ਤੇ ਮੈਂ ਉਹ ਹੱਥਾਂ 'ਚ ਐਡਾ ਐਡਾ ਮੋਟਾ ਮੋਤੀ ਹੈ ਜੀ ਉਸ ਵੇਲੇ ਦਾ। ਤੇ ਉਹ ਮੈਂ ਸਿਮਰਨਾ ਵੇਖ ਕੇ ਹੈਰਾਨ ਹੋ ਗਿਆ ਜਦੋਂ ਮੇਰਾ ਦਿਖਾਇਆ। ਕਹਿੰਦੇ ਇਹ ਮਹਾਰਾਜ ਦਾ ਗੁੱਟ ਐਡਾ ਭਾਰਾ ਸੀ, ਉਹ ਸਿਮਰਨਾ ਜੀ ਮੇਰੇ ਵਰਗੇ 3 ਗੁੱਟ ਹੋ ਜਾਣ ਐਡਾ। ਉਹ ਮਹਾਰਾਜ ਗੁੱਟ ਤੇ ਰੱਖਦੇ ਆ। ਜਿਹੜੇ ਕਹਿੰਦੇ ਮਾਲਾ ਨਹੀਂ, ਅੱਜ ਦਰਸ਼ਨ ਕਰਿਓ ਮਹਾਰਾਜ ਦੀ ਮਾਲਾ। 6ਵੇਂ ਪਾਤਸ਼ਾਹ ਵੀ ਮਾਲਾ ਰੱਖਦੇ, ਕਿਰਪਾਨ ਵੀ, ਮਾਲਾ ਵੀ, ਭਗਤੀ ਵੀ, ਸ਼ਕਤੀ ਵੀ, ਦੋਵੇਂ। ਹੋਰ ਵੀ ਉੱਥੇ ਮਹਾਰਾਜ ਦੇ ਇਤਿਹਾਸ ਨਾਲ ਹੋਰ ਸੰਬੰਧਿਤ ਵਸਤੂਆਂ ਗਾਂ 10ਵੇਂ ਪਾਤਸ਼ਾਹ ਦੀਆਂ ਵੀ ਹੋਰ ਵੀ। ਤੇ ਇੱਕ ਬਿਲਗਾ ਪਿੰਡ ਹੈ ਜਲੰਧਰ ਕੋਲ, ਉੱਥੇ ਵੀ ਸਿਮਰਨਾ ਗੁਰੂ ਅਰਜਨ ਦੇਵ ਜੀ ਦਾ ਕਦੀ ਦਰਸ਼ਨ ਕਰਕੇ। ਜਿਹੜੇ ਕਹਿੰਦੇ ਮਾਲਾ, ਬੜਾ ਦੁਖੀ ਹੁੰਦੇ ਵਿਚਾਰੇ, ਅਸੀਂ ਕਈ ਵਾਰੀ ਮਾਲਾ ਫਿਰ ਨਹੀਂ, ਆਹ ਕੀ ਲੋੜ ਹੈ। ਬਾਬਾ ਨੰਦ ਸਿੰਘ ਕਹਿੰਦੇ ਸੀ, ਕਹਿੰਦੇ ਮਾਲਾ ਰੱਖੀ ਹੋਵੇ ਤੇ ਵਾਹਿਗੁਰੂ ਵਾਹਿਗੁਰੂ ਨਾ ਜਪੇ ਤੇ ਪਖੰਡ। ਜੇ ਰੱਖੀ ਹੈ ਜਪਣ ਲਈ ਕੋਈ ਗਲਤ ਨਹੀਂ, ਜੇ ਜਪਣ ਲਈ ਰੱਖੀ ਫਿਰ ਕੋਈ ਸਾਧਨ। ਅੱਜ ਮੈਨੂੰ ਫਿਰ ਉਹਨਾਂ ਨੂੰ ਮੈਂ ਪੁੱਛ ਲਿਆ, ਮੈਂ ਕਿਹਾ ਜੀ ਉਦੋਂ ਸ਼ੇਰ ਕਿੰਨੇ ਸ਼ੇਰ ਨੂੰ ਮਣ ਕਹਿੰਦੇ? ਉਹਨਾਂ ਫਿਰ ਦੱਸਿਆ ਮੈਨੂੰ ਅੱਜ ਭਾਈ ਰੂਪੇ ਦੀ ਕੁੱਲ ਵਿੱਚੋਂ ਗੁਰਮੁਖਾਂ ਕਹਿੰਦੇ ਉਦੋਂ 16 ਸ਼ੇਰ ਦਾ ਮਣ ਹੁੰਦਾ। ਤੇ ਇਹਨਾਂ ਨੇ ਦੱਸਿਆ ਵੀ 7.5 ਮਣ ਬਾਬਾ ਜੀ ਦੇ ਸਰੀਰ ਦਾ, ਮਤਲਬ 125 ਕਿਲੋ ਦੇ ਕਰੀਬ। ਆਖੋ ਸਤਨਾਮ। ਲੰਬੇ ਵੀ ਗੱਭਰੂ ਵੀ, ਤੇ ਉਹ ਐਡੀ ਖਿੱਚ ਸੀ ਦਰਸ਼ਨਾਂ 'ਚ, ਕੀ ਦੱਸਾਂ। ਗੁਰੂ ਅਰਜਨ ਦੇਵ ਜੀ ਦਾ ਵੀ ਇਹ ਕੁਦਰਤੀ ਗੱਲ ਥੋੜੀ, ਕਿਉਂਕਿ ਅਸੀਂ ਤੇ ਉਹਨਾਂ ਵਿੱਚੋਂ ਆ। ਗੁਰੂ ਦੇ ਸਰੀਰ ਦੀ ਵੀ ਸਿਫਤ ਕਰਨੀ, ਦਰਬਾਰ ਦੀ ਵੀ, ਗੁਣਾਂ ਦੀ ਵੀ, ਸੁਭਾਅ ਦੀ ਵੀ ਸਿਫਤ ਹੈ। ਇਹਦੇ ਕੀ ਅਰਥ ਕੱਢੋਗੇ? ਤੇਰੇ ਬੰਕੇ ਲੋਇਣ, ਇਹ ਸਰੀਰ ਦੀ ਸਿਫਤ ਹੀ ਹੈ ਨਾ, ਵੀ ਤੇਰੀਆਂ ਅੱਖਾਂ ਬੜੀਆਂ ਸੋਹਣੀਆਂ, ਦੰਦ ਰਸਾਲਾ, ਤੇਰੇ ਦੰਦ ਬੜੇ ਸੋਹਣੇ, ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ। ਸਰੀਰ ਦੀ ਸਿਫਤ। ਮੈਂ ਬਿਲਗੇ ਗਿਆ, ਉੱਥੇ ਗੁਰੂ ਅਰਜਨ ਦੇਵ ਜੀ ਦਾ ਪਜਾਮੀ ਚੋਲਾ ਜੀ, ਸਿਮਰਨਾ ਵੀ ਤੇ ਪਜਾਮੀ ਚੋਲਾ। ਤੇ ਮੇਰੇ ਤੋਂ ਨਾ 6 ਇੰਚ ਲੰਬਾ ਬੰਦਾ ਜਿਹੜਾ ਦਰਸ਼ਨ ਕਰਾ ਰਿਹਾ ਸੀ, ਮੈਨੂੰ ਕਹਿੰਦਾ ਹੁਣ ਅਸੀਂ ਲੈਮੀਨੇਸ਼ਨ ਕਰਤਾ ਚੋਲਾ ਪਜਾਮਾ। ਤੇ ਕਹਿੰਦੇ ਮੈਂ ਹੀ ਅੱਜ ਤੋਂ 5 ਸਾਲ ਪਹਿਲੇ ਇਹ ਖੋਲ ਕੇ ਸੰਗਤ ਨੂੰ ਦਰਸ਼ਨ ਕਰਾਉਣਾ ਹੁੰਦਾ ਸਾਂ। ਕਹਿੰਦੇ ਉਦੋਂ ਮੈਂ ਜਦੋਂ ਗੁਰੂ ਸਾਹਿਬ ਦਾ ਚੋਲਾ ਖੋਲਦਾ ਸਾਂ ਤੇ ਪਜਾਮੀ ਜਿਹੜੀ ਦਰਸ਼ਨ ਕਰਾਉਣਾ ਸਾਂ, ਕਹਿੰਦੇ ਮੇਰਾ ਕੱਦ, ਮੈਨੂੰ ਕਹਿੰਦਾ ਤੁਹਾਡੇ ਤੋਂ ਵੀ 6 ਇੰਚ ਲੰਬਾ, ਤੇ ਇਹ ਪਜਾਮੀ ਮੇਰੇ ਕੱਦ ਦੇ ਹਿਸਾਬ ਤੋਂ ਵੀ ਵੱਡੀ। ਗੁਰੂ ਅਰਜਨ ਦੇਵ ਜੀ ਦਾ ਵੀ ਕੱਦ ਐਡਾ ਲੰਬਾ ਸੀ। ਆਖੋ ਸਤਨਾਮ। ਇਹ ਕਈ ਵਾਰੀ ਪਿਆਰ ਆਉਂਦਾ ਸਾਡੇ ਪਿਤਾ ਜੀ ਦੇ, ਜਦੋਂ ਸਰੀਰ ਕਰਕੇ ਧਰਤੀ 'ਚ ਆਏ ਤੇ ਕੈਸਾ ਪਿਆਰ, ਕੈਸਾ ਰੂਪ ਸੀ। ਆਖੋ ਸਤਨਾਮ। ਇਹ ਮੈਨੂੰ ਬਾਬਾ ਜੀ ਨੇ ਵੀ ਬਚਨ ਸੁਣਾਇਆ ਸੀ। ਮਹਾਰਾਜ ਦਾ ਐਡਾ ਸਡੋਲ ਸਰੀਰ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਕਿ ਕੁਝ ਸਮੇਂ ਬਾਅਦ ਘੋੜਾ ਬਦਲਾਉਣਾ ਪੈਂਦਾ ਸੀ। ਤੇ ਅੱਜ ਮੈਨੂੰ ਇਹਨਾਂ ਨੇ ਭਾਈ ਰੂਪੇ ਦੀ ਕੁੱਲ 'ਚੋਂ ਦੱਸਿਆ ਕਿ 10 ਮੀਲ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜਾ ਬਦਲਾਉਣਾ ਪੈਂਦਾ ਸੀ ਕਿ ਮਹਾਰਾਜ ਦਾ ਐਡਾ ਠਾਠ ਬਾਠ ਸਰੀਰਕ ਵਜਨ ਸੀ, ਕਿਰਪਾ ਸੀ ਕਿ 10 ਮੀਲ ਬਾਅਦ ਘੋੜਾ ਪਸੀਨੋ ਪਸੀਨ ਹੋ ਜਾਂਦਾ ਸੀ, ਘੋੜਾ ਦੂਜਾ ਹੁੰਦਾ। ਤੇ ਅੱਜ ਉਹਨਾਂ ਦੀ ਕੁੱਲ ਵਿੱਚੋਂ ਭਾਈ ਜਿਹੜੇ ਉੱਥੇ ਦਰਸ਼ਨ ਕਰਾ ਰਹੇ ਵਿਵੇਕ ਸਰ ਉੱਤੇ, ਉਹਨਾਂ ਮੈਨੂੰ ਅਗਲਾ ਬਚਨ ਅੱਜ ਦੱਸਿਆ। ਕਹਿੰਦੇ ਬਹੁਤ ਰਿਵਾਜ ਸੀ ਕਿ ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜੇ ਭੇਟ ਕਰਦਾ ਸੀ ਤੇ ਬਹੁਤੀ ਸੰਗਤ 2 ਘੋੜੇ ਭੇਟ ਕਰਦੀ ਸੀ ਕਿ ਮਹਾਰਾਜ ਰੱਖਦੇ ਹੀ 2 ਸੀ। ਇੱਕ 10 ਮੀਲ ਬਾਅਦ ਥੱਕ ਜਾਂਦਾ ਸੀ, ਦੂਜਾ ਲਿਆਉਂਦਾ। ਆਖੋ ਸਤਨਾਮ। ਤੇ ਬਹੁਤੀਆਂ ਸੰਗਤਾਂ ਫਿਰ ਜੋੜੀ ਭੇਟਾ ਕਰਦੀਆਂ। 6ਵੇਂ ਪਾਤਸ਼ਾਹ। ਆ ਇੱਕ ਮਿੰਟ ਦਰਸ਼ਨ ਕਰੋ ਜਰਾ ਪਿਆਰੇ। ਖੂਬ ਤੇਰੀ ਪਗੜੀ ਮਿੱਠੇ ਤੇਰੇ ਤੇਰੀ ਪਗੜੀ ਮਿੱਠੇ
ਭੈਣੋ। ਹਮ ਚਾਕਰ ਗੋਬਿੰਦ ਕੇ, ਹਮ ਚਾਕਰ ਗੋਬਿੰਦ ਕੇ, ਠਾकुर मेरा ਭਾਰਾ, खूब तेरी पगड़ी। ਗੱਜ ਕੇ ਆਖੋ ਸਤਿ। ਮਹਾਰਾਜ ਦੇ ਸਾਹਮਣੇ ਆ ਜਾਣ, ਨਿਹਾਲੋ ਨਿਹਾਲ। ਗੁਰੂ ਹਰਗੋਬਿੰਦ ਸਾਹਿਬ ਸਾਰੀ ਸੰਗਤ ਨੂੰ ਦਰਸ਼ਨ ਦਿੱਤੇ ਤੇ ਕਹਿੰਦੇ ਲਿਆਓ ਬਈ ਪ੍ਰਸ਼ਾਦਾ ਪਾਣੀ, ਅੱਜ ਮੈਂ ਆਪ ਛਕਾਉਂ। ਤੇ ਜਿਹੜੇ ਲੰਗਰੀ ਸੀ ਕਹਿਣ ਲੱਗੇ ਮਹਾਰਾਜ 10 ਵਜੇ ਦਾ ਕੰਮ ਸਮਾਪਤ ਹੋ ਗਿਆ ਲੰਗਰ ਦਾ। ਆਖੋ ਸਤਿਨਾਮ। ਵਾਦੇ ਪੈ ਗਿਆ ਹੁਣ ਦੇਵੀ ਗੁਣ ਆਣ ਲੱਗਾ ਜੀ। ਆ ਦੇਵੀ ਗੁਣ ਮਹਾਰਾਜ ਜੀ ਉਹ ਤੇ ਹੁਣ ਬਣਾਵਾਂਗੇ, ਫਿਰ 2 ਘੰਟੇ ਲੱਗਣਗੇ। ਇਹ ਦਾਲ ਰੱਖਦੇ ਆ, ਸਬਜ਼ੀ ਰੱਖਦੇ ਆ, ਪ੍ਰਸ਼ਾਦੇ। ਤੁਹਾਡਾ ਪਿਓ ਇਹ ਸੱਜਾ ਹੱਥ ਸੂਰਜ ਪ੍ਰਕਾਸ਼ ਲਿਖਿਆ ਮਹਾਰਾਜ ਨੂੰ ਸੱਜਾ ਹੱਥ ਮੱਥੇ ਕੋ ਖੜ ਕੇ ਕਹਿੰਦੇ ਸਾਨੂੰ ਯਾਦ ਆ ਗਿਆ। ਸਾਰੇ ਸੇ ਕਹਿੰਦੇ ਜੀ ਉਹ ਕੀ? ਕਹਿੰਦੇ ਜੇ ਪ੍ਰਸ਼ਾਦਾ ਜੇ ਤਿਆਰ ਕਰਨਾ 2 ਘੰਟੇ ਲੱਗਣਗੇ। ਮਹਾਰਾਜ ਕਹਿੰਦੇ ਸਾਨੂੰ ਯਾਦ ਆ ਗਿਆ 3 ਦਿਨ ਬਾਅਦ ਸਾਡੀ ਬੱਚੀ ਵੀਰੋ ਦਾ ਵਿਆਹ ਏ ਤੇ ਵਿਆਹ ਦੀ ਮਠਿਆਈ ਬਣੀ ਹੋਈ ਏ, ਜਾਓ ਮਠਿਆਈ ਲੈ ਆਓ ਸੰਗਤ ਨੂੰ ਛਕਾ ਦੇਈਏ। ਆਖੋ ਸਤਿਨਾਮ। ਮਠਿਆਈ ਬਣੀ ਸੀ ਵਿਆਹ। ਹੁਣ ਆਪ ਪੱਲੇ ਬੰਨਣ ਵਾਲੀ ਬਾਤ ਹੈ। ਅੱਜ ਉੱਠਿਓ ਕੋਈ ਨਾ। 4-5 ਸਿੱਖ ਗਏ ਮਾਤਾ ਦਮੋਦਰੀ ਮਹਾਰਾਜ ਦੇ ਮਹਿਲ ਜਾ ਕੇ ਕਹਿਣ ਲੱਗੇ ਜੀ 6ਵੇਂ ਪਾਤਸ਼ਾਹ ਨੇ ਮਠਿਆਈ ਮੰਗਾਈ ਏ ਸੰਗਤ ਵਾਸਤੇ, ਬੀਬੀ ਵੀਰੋ ਦੇ ਵਿਆਹ ਦੀ ਜਿਹੜੀ ਬਣੀ। ਆਉਂ ਪਤਾ ਨਹੀਂ ਸਾਨੂੰ ਕੁਝ ਸਿਖਾਉਣਾ। ਅੱਗੋਂ ਮਹਾਰਾਜ ਦੇ ਮਹਿਲ ਕਹਿੰਦੇ ਐ ਇਹ ਸਗਨਾਂ ਦੀ ਮਠਿਆਈ ਏ, ਬਰਾਤ ਛਕੇਗੀ ਉਸ ਤੋਂ ਪਹਿਲਾਂ ਮੈਂ ਕਿਸੇ ਨੂੰ ਛਕਾ ਕੇ ਝੂਠੀ ਨਹੀਂ ਕਰਨੀ। ਆਖੋ ਸਤਿਨਾਮ। ਸਿੱਖ ਵਾਪਸ ਆ ਗਏ। ਮਹਾਰਾਜ ਜੀ ਮਠਿਆਈ ਦਿੱਤੀ ਨਹੀਂ। ਮੈਂ ਕਹਿੰਦੇ ਇਹ ਸਗਨਾਂ ਦੀ ਮਠਿਆਈ ਹੈ। ਆ ਜਰਾ ਵੇਖਿਓ ਦੇਵੀ ਗੁਣ। ਹੁਣ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਾਓ ਦੁਬਾਰਾ। ਸੰਗਤ ਹੈ ਗੁਰੂ ਨਾਨਕ ਦੀ, ਸੰਗਤ ਭੁੱਖੀ, ਸੰਗਤ ਵੱਡੀ ਕਿ ਬਰਾਤ ਵੱਡੀ ਹੋਰ ਬਣ ਜਾਏਗੀ। ਜਾਓ ਦੁਬਾਰਾ ਜਾਓ ਮਠਿਆਈ ਲੈ ਕੇ ਆਓ। ਗੁਰੂ ਨਾਨਕ ਦੀ ਸੰਗਤ ਆਈ ਹੈ ਭੁੱਖੀ। ਉਹ ਦੁਬਾਰਾ ਗਏ ਤੇ ਹੁਣ ਪਤਾ ਨਹੀਂ ਸਾਨੂੰ ਕੁਝ ਸਮਝਾਉਣਾ ਸੀ, ਸਮਾਂ ਬਣਨਾ ਸੀ। ਅੱਗੋਂ ਮਹਿਲਾਂ ਫੇਰ ਆਖ ਦਿੱਤਾ ਇਹ ਸਗਨਾਂ ਦੀ ਮਠਿਆਈ ਏ, ਪਹਿਲੇ ਬਰਾਤ ਦੇ ਮੂੰਹ ਲਾਉਣੀ ਏ, ਮੈਂ ਕਿਸੇ ਹੋਰ ਨੂੰ ਛਕਾ ਕੇ ਝੂਠੀ ਨਹੀਂ ਕਰਨੀ। ਆਖੋ ਸਤਿਨਾਮ। ਆ ਗਏ ਵਾਪਸ। ਮਹਾਰਾਜ ਜੀ ਉਹ ਮਹਿਲਾਂ ਨੇ ਫੇਰ ਆਖ ਦਿੱਤਾ ਵੀ ਇਹ ਮਠਿਆਈ ਸੰਗਤ ਵਾਸਤੇ ਮੈਂ ਝੂਠੀ ਨਹੀਂ ਕਰਨੀ, ਇਹ ਬਰਾਤ ਨੂੰ ਛਕਾਉਣੀ ਪਈ। ਹਾਏ ਹਾਏ ਸੰਗਤ ਜੀ ਇੱਕ ਸਾਡਾ ਖਜ਼ਾਨਾ ਹੈ ਜਿਹਦਾ ਨਾਂ ਹੈ ਗੁਰਬਿਲਾਸ ਪਾਤਸ਼ਾਹੀ 6ਵੀਂ। ਇਹ ਸਮਾਂ ਉਹਦੇ ਚ ਲਿਖਿਆ ਦਾਸ ਦਾ ਦਿਲ ਕਰਦਾ ਜਰਾ ਗਾ ਕੇ ਪੜ ਲਈਏ। ਅੱਜ 2 ਮਿੰਟ ਵੱਧ ਲੱਗੇ ਤੇ ਟਿਕ ਰਹਿਣਾ। ਗੁਰੂ ਹਰਗੋਬਿੰਦ ਸਾਹਿਬ ਆ ਜਦੋਂ ਦੂਜੀ ਵਾਰੀ ਆਖਿਆ ਨਾ ਆ ਕੇ ਕਿ ਉਹਨਾਂ ਨੇ ਆਖਿਆ ਇਹ ਮਠਿਆਈ ਜਿਹੜੀ ਹੈ ਪਹਿਲੇ ਬਰਾਤ ਛਕੇਗੀ ਫਿਰ ਕੋਈ ਮੈਂ ਨਹੀਂ ਦੇਣੀ। ਹਾਏ ਹਾਏ ਆ ਵੇਖਿਓ ਜਰਾ ਅੱਜ ਦੇਵੀ ਗੁਣ ਤੁਹਾਨੂੰ ਕਿੰਨਾ ਪਿਆਰ ਕੀਤਾ ਹੈ। ਕਰੋ ਕਿਰਪਾ ਜੀ। ਸਿੱਖ ਸਮਾਨ ਆ ਵੇਖਿਓ ਤੁਹਾਨੂੰ ਪਿਆਰ ਕਿੰਨਾ ਕੀਤਾ। ਇਹ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਬਚਨ ਨੇ। ਸਿੱਖ ਸਮਾਨ ਔਰ ਨਹੀਂ ਨਾਤਾ, ਸਿੱਖ ਸਮਾਨ ਔਰ ਨਹੀਂ ਨਾਤਾ, ਸਿੱਖ ਸਮਾਨ। ਵਾਹ ਵਾਹ
ਸਿੱਖ ਸਮਾਨ। ਮੈਨੂੰ ਅਰਥ ਕਰਨ ਦੀ ਲੋੜ ਨਹੀਂ। ਅੱਜ ਵੇਖੋ ਦੇਵੀ ਗੁਣ, ਰਿਸ਼ਤੇਦਾਰਾਂ ਨੂੰ 2 ਨੰਬਰ ਤੇ ਰੱਖਿਆ ਕਰੋ, ਗੁਰੂ ਦੀਆਂ ਸੰਗਤਾਂ ਨੂੰ 1 ਨੰਬਰ ਤੇ ਰੱਖਿਆ। ਮਹਾਰਾਜ ਕਹਿੰਦੇ ਸਿੱਖ ਸਮਾਨ ਔਰ ਨਹੀਂ ਨਾਤਾ, ਗੱਜ ਕੇ ਆਖੋ ਸੱਚ। ਇਹ ਤੋਂ ਕਿਹੜਾ ਵੱਡਾ ਨਾਤਾ? ਜਿਹੜਾ ਨਾਤਾ ਗੁਰੂ ਦੀਆਂ ਬਹਿ ਕੇ ਗੱਲਾਂ ਕਰੇ। ਸਿੱਖ ਸਮਾਨ ਔਰ ਨਹੀਂ ਨਾਤਾ, ਸਿੱਖ ਸਮਾਨ ਔਰ ਨਹੀਂ ਨਾਤਾ। ਗੱਜ ਕੇ ਭੈਣੋ, ਸਿੱਖ ਸਮਾਨ ਔਰ ਨਹੀਂ ਨਾਤਾ। ਜਰਾ ਸੁਣੀ ਜਾਇਓ ਧਿਆਨ ਨਾਲ, ਟਾਈਮ ਘੱਟ ਹੈ। ਸਿੱਖਨ ਕਰਤੇ, ਜੇ ਸਿੱਖ ਨਾਲ ਕਰਕੇ ਤੇ ਵੇਖ। ਸਿੱਖਨ ਕਰਤੇ ਸਵਰੇ ਬਾਤਾਂ, ਕਿਸੇ ਸਿੱਖ ਦੀ ਸੇਵਾ ਕਰ, ਤੇਰੇ ਸਾਰੇ ਮੂੰਹ ਚੋਂ ਨਿਕਲੀਆਂ ਬਾਤਾਂ ਪੂਰੀਆਂ ਹੋ ਜਾਣੀਆਂ। ਸਿੱਖ ਸਮਾਨ ਔਰ ਨਹੀਂ ਨਾਤਾ, ਸਿੱਖਨ ਕਰਤੇ ਸਵਰੇ ਬਾਤਾਂ। ਕਹਾਂ ਤੁਛ ਥੀ ਉਹ ਮਠਿਆਈ। ਇਹ ਮਹਾਰਾਜ ਨੇ ਉਸ ਸਮੇਂ ਦਾ ਗੁਰਬਿਲਾਸ 6ਵੀਂ ਪਾਤਸ਼ਾਹੀ 'ਚ ਲਿਖਿਆ। ਕਹਿੰਦੇ ਉਹ ਤੁਛ ਜੀ ਮਠਿਆਈ, ਉਹ ਸੰਗਤ ਕੋਲੋਂ ਲੁਕਾਰੀ। ਕਹਾਂ ਤੁਛ ਥੀ ਉਹ ਮਠਿਆਈ, ਜੋ ਸਿੱਖਨ ਕੇ ਕਾਮ ਨਾ ਆਈ, ਜੋ ਸਿੱਖਨ ਕੇ ਕਾਮ ਨਾ ਆਈ। ਸਿੱਖ ਤ੍ਰਿਪਤ। ਆ ਵੇਖੋ ਦੇਵੀ ਗੁਣ, ਅੱਜ ਤੁਹਾਡਾ ਬੈਠਿਆ ਸਫਲਾ ਹੋ ਜੂ। ਪਹਿਲ ਕਿਹਨੂੰ ਦਿੱਤੀ ਮਹਾਰਾਜ ਨੇ? ਹੁਣ ਅਗਲੀ ਗੱਲ ਬੜੀ ਵੱਡੀ ਆਈ। ਸਿੱਖ ਤ੍ਰਿਪਤ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਿੱਖ ਤ੍ਰਿਪਤ ਤੇ ਮੈਂ ਤ੍ਰਿਪਤਾਇਓ। ਕੋਈ ਸਿੱਖ ਤ੍ਰਿਪਤ ਹੋ ਗਿਆ, ਮੈਂ ਤ੍ਰਿਪਤ ਹੋ ਗਿਆ। ਜਕਾਰਾ ਦਿਓ ਪਿਆਰ ਦੇ ਨਾਲ। ਉਹ ਸਿੱਖ ਤ੍ਰਿਪਤ ਤੇ ਮੈਂ ਤ੍ਰਿਪਤਾਇਓ। ਸਿੱਖ ਤ੍ਰਿਪਤ ਤੇ ਮੈਂ ਤ੍ਰਿਪਤਾਇਓ। ਸਿੱਖ ਮੈਂ ਮੇਰੋ ਰੂਪ ਸੁਹਾਇਓ। ਸਿੱਖ ਸਮਾਨ ਔਰ ਨਹੀਂ ਨਾਤਾ, ਸਿੱਖ ਸਮਾਨ ਔਰ ਨਹੀਂ। ਅੱਜ ਕੇ ਭੈਣੋ, ਆਹਾ ਹਾ ਹਾ ਸ਼ਾਰਟ ਕਰ ਰਹੇ ਹਾਂ। ਸਿੱਖ ਸਮਾਨ ਔਰ ਨਹੀਂ ਨਾਤਾ। ਅੱਜ ਮੇਰਾ ਖਿਆਲ ਇਸ਼ਾਰਾ ਸਮਝ ਗਏ ਹੋ, ਇਹ ਵੀ ਦੇਵੀ ਗੁਣ ਹੈ। ਸੰਗਤ ਦਾ ਇੰਨਾ ਸਤਿਕਾਰ। ਸੰਗਤ ਤ੍ਰਿਪਤ ਹੋ ਗਈ, ਮਾਰੇ ਕਹਿੰਦੇ ਮੈਂ ਤ੍ਰਿਪਤ ਹੋ ਗਿਆ, ਮੈਂ ਵਿੱਚ ਵਸਦਾ। ਹੁਣ ਉੱਥੇ ਆ ਜਾਓ, ਜਦੋਂ ਦੂਜੀ ਵਾਰੀ ਵੀ ਮਠਿਆਈ ਦੀ ਨਾ, ਇਹ ਮੈਂ ਹੁਣ ਕੀ ਉਹ ਸਮਾਂ ਦੱਸਾਂ। ਮਹਾਰਾਜ ਨੇ ਇੰਜ ਦੋਵੇਂ ਮੁੱਠਾਂ ਮੀਟ ਲਈਆਂ। ਕਹਿੰਦੇ ਬਰਾਤ ਵੱਡੀ ਕਿ ਸੰਗਤ ਵੱਡੀ? ਬਰਾਤ ਵੱਡੀ ਕਿ ਸੰਗਤ ਵੱਡੀ? ਹੁਣ ਬਚਨ ਮੈਨੂੰ ਬੋਲਣੇ ਪੈ ਰਹੇ ਆ। ਗੁਰੂ ਹਰਗੋਬਿੰਦ ਸਾਹਿਬ ਦੀ ਰਸਨਾ ਚੋਂ ਬਚਨ ਨਿਕਲੇ। ਕਹਿੰਦੇ ਜਿਹੜੀ ਮਠਿਆਈ ਮੇਰੀ ਸੰਗਤ ਕੋਲੋਂ ਲੁਕੋ ਲਈ, ਉਹ ਮਠਿਆਈ ਹੁਣ ਬਰਾਤ ਵੀ ਨਹੀਂ ਖਾਏਗੀ। ਤੁਰਕ ਖਾਣਗੇ, ਨਾਲੇ ਪੈਰਾਂ ਥੱਲੇ ਰੋਲਣਗੇ। ਆਖੋ ਸਤਿਨਾਮ। ਕਿੱਡਾ ਸੰਗਤ ਨੂੰ ਮਾਣ। ਚਲੋ ਜਦੋਂ ਮਾਤਾ ਜੀ ਨੂੰ ਇਹ ਪਤਾ ਲੱਗਾ ਬਚਨ, ਉਹਨਾਂ ਮਾਫੀ ਮੰਗੀ, ਭੁੱਲ ਹੋ ਗਈ। ਕੁਝ ਕਰੋ। ਮਹਾਰਾਜ ਕਹਿੰਦੇ ਹੁਣ ਬਚਨ ਨਿਕਲ ਗਿਆ। ਸਾਧ ਸੰਗਤ ਹੈ ਲੋਹਗੜ ਸਾਹਿਬ, ਜਿਹੜੀ ਜੰਗ ਹੋਈ ਪਹਿਲੀ, 3 ਦਿਨ ਬਾਅਦ ਉਧਰੋਂ ਬੀਬੀ ਵੀਰੋ ਦਾ ਵਿਆਹ, ਉਧਰੋਂ ਜਿਹੜੀ ਹੈ ਲੋਹਗੜ ਸਾਹਿਬ ਦੀ ਜੰਗ, ਤੁਰਕਾਂ ਨੇ ਹਮਲਾ ਕਰ। ਕੈਸਾ ਸਾਡਾ ਗੁਰੂ, ਇੱਕ ਪਾਸੇ ਵਿਆਹ, ਇੱਕ ਪਾਸੇ ਜੰਗ। ਮਹਾਰਾਜ ਕੀ ਹੁਕਮ? ਮਹਾਰਾਜ ਕਹਿੰਦੇ ਦੋਵੇਂ ਕੰਮ ਹੋਣਗੇ।
ਸਾਰੀ ਬੱਚੀ ਵੀਰੋ ਨੂੰ, ਪਰਿਵਾਰ ਨੂੰ, ਬਰਾਤ ਨੂੰ ਝੁਬਾਲ ਭੇਜਤਾ। ਅੱਜ ਵੀ ਝੁਬਾਲ ਜਾਓਗੇ ਨਾ, ਜਿੱਥੇ ਬੀਬੀ ਵੀਰੋ ਜੀ ਦਾ ਵਿਆਹ, ਮਾਰੇ ਕਹਿੰਦੇ ਝੁਬਾਲ, ਇਹ ਬਾਬਾ ਬੁੱਢਾ ਸਾਹਿਬ ਦੀ ਬੀੜ ਕੋਲ ਅੰਮ੍ਰਿਤਸਰ ਤੋਂ 25-30 ਮਿੰਟ। ਮਹਾਰਾਜ ਨੇ ਝੁਬਾਲ ਭੇਜਤਾ। ਇਹ ਅੱਜ ਵੀ ਉੱਥੇ ਬੀਬੀ ਵੀਰੋ ਜੀ ਦਾ ਗੁਰਦੁਆਰਾ, ਜਿਨ੍ਹਾਂ ਦੇ ਰਿਸ਼ਤੇ ਨਹੀਂ ਹੁੰਦੇ ਉੱਥੇ ਫਿਰ ਵਿਧੀ ਨਾਲ ਜਾਂਦੇ ਨੇ ਤੇ ਝੋਲੀਆਂ ਭਰਦੀਆਂ। ਬਖਸ਼ਿਸ਼ ਹੈ ਮਹਾਰਾਜ ਦੀ ਕਿਰਪਾ। ਔਰ ਇਹ ਮਹਾਰਾਜ ਨੇ ਝੁਬਾਲ ਭੇਜਤਾ ਬਰਾਤ ਨੂੰ, ਪਰਿਵਾਰ ਨੂੰ। ਇੱਧਰ ਜੰਗ, ਉਹ ਤੁਰਕਾਂ ਨੇ ਮਠਿਆਈ ਉੱਥੇ ਰਹਿ ਗਈ, ਵਚਨ ਪੂਰਾ ਹੋਣਾ ਸੀ ਮਹਾਰਾਜ ਦਾ। ਉਹ ਤੁਰਕਾਂ ਨੇ ਮਠਿਆਈ ਖਾਧੀ, ਨਾਲੇ ਪੈਰਾਂ ਥੱਲੇ ਰੋਲੀ। ਇੱਧਰ ਸਾਖੀ ਪੂਰੀ। ਹੁਣ ਉੱਥੇ ਆ ਜਾਓ, ਦਰਬਾਰ ਸਾਹਿਬ ਦੀ ਪਰਿਕਰਮਾ। ਮਹਾਰਾਜ ਨੇ ਕਿਹਾ ਇਹ ਤੁੱਛ ਮਠਿਆਈ ਦਾ ਸਰਫ ਆ, ਸਿੱਖਾਂ ਦੇ ਕੰਮ ਨਹੀਂ। ਫਿਰ ਮਹਾਰਾਜ ਨੇ ਲੰਗਰ ਬਣਵਾਇਆ ਤੇ ਮੈਂ ਹੈਰਾਨ ਹੋ ਗਿਆ ਉਹ ਸੀਨ ਵੇਖ ਕੇ। ਕਹਿੰਦੇ ਮਹਾਰਾਜ ਨੇ ਨਾ ਆਪ ਕਮਰ ਕੱਸਾ, ਪੇਟ ਤੇ ਆਪ ਕਮਰ ਕੱਸਾ ਕਰਕੇ ਸਾਰੀ ਸੰਗਤ ਨੂੰ ਆਪ ਲੰਗਰ ਵਰਤਾਇਆ, ਆਪ ਛਕਾਇਆ। ਆਖੋ ਸਤਿਨਾਮ। ਕਿ ਤੁਸੀਂ ਕਿੰਨੇ ਅਮੀਰ ਹੋ, ਬਸ ਉਹ ਸਾਂਝਾ ਕਰਕੇ। ਕਰ ਕਿਰਪਾ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਪ੍ਰਭ ਸਾਧ ਸੰਗ ਮੇਲੀ, ਪ੍ਰਭ ਸਾਧ ਸੰਗ। ਅਬਦਾਲੀ ਦਾ ਸਮਾਂ। ਹੁਣ ਵੇਖੋ ਦੇਵੀ ਗੁਣ। ਅਬਦਾਲੀ ਦਾ ਸਮਾਂ। ਇਹ ਘੱਲੂ ਘਰ ਹੈ, ਜਦੋਂ ਉਦੋਂ ਦਾ ਇਹ ਜ਼ਿਕਰ ਹੈ। ਕਹਿੰਦੇ ਜੰਗਲਾਂ 'ਚ ਜੰਗਾਂ ਹੁੰਦੀਆਂ। ਅਬਦਾਲੀ ਦਾ ਇੱਕ ਸਿਪਾਹੀ ਜੰਗਲ 'ਚ ਰਾਹ ਭੁੱਲ ਗਿਆ, ਗੁਆਚ ਗਿਆ। ਹੁਣ ਜਿੰਨੇ ਸਿੰਘ ਸੀ ਇਹ ਰਹਿੰਦੇ ਜੰਗਲਾਂ 'ਚ ਸੀ, ਇਹ ਆਪਣੇ ਟਿਕਾਣੇ ਪਹੁੰਚ ਗਏ। ਅਬਦਾਲੀ ਦਾ ਸਿਪਾਹੀ ਉੱਤੋਂ ਰਾਤ ਪੈ ਗਈ। ਹੁਣ ਉਹ ਜੰਗਲਾਂ ਦਾ ਭੇਤੀ ਨਹੀਂ ਸੀ, ਕਦੀ ਕਿਧਰੇ ਭਟਕ ਰਿਹਾ ਸੀ, ਕਦੀ ਕਿਧਰੇ ਭਟਕ ਰਿਹਾ। ਅਬਦਾਲੀ ਦਾ ਸਿਪਾਹੀ ਅੰਦਰ ਡਰਿਆ ਪਿਆ ਕਿ ਜੰਗਲ ਵਿੱਚ ਰਸਤੇ ਮੈਨੂੰ ਪਤਾ ਨਹੀਂ, ਕਿਤੇ ਕੋਈ ਜਾਨਵਰ ਮੈਨੂੰ ਖਾ ਨਾ ਜਾਏ। ਜੰਗਲ ਹੈ, ਸ਼ੇਰ ਵੀ ਨੇ, ਚੀਤੇ ਵੀ ਨੇ, ਹਾਥੀ ਵੀ ਨੇ। ਹੁਣ ਜਿਹੜੇ ਸਿੰਘ ਸੀ ਉਹ ਸਾਰੇ ਰਸਤਿਆਂ ਦੇ ਜਾਣੂ ਸੀ, ਉਹ ਰਹਿੰਦੇ ਜੰਗਲਾਂ 'ਚ ਸੀ। ਉਹ ਆਪਣੇ ਟਿਕਾਣੇ ਤੇ ਪਹੁੰਚ ਗਏ। ਸਿੰਘਾਂ ਨੇ ਲੰਗਰ ਤਿਆਰ ਕੀਤਾ। ਇਧਰੋਂ ਇਹ ਅਬਦਾਲੀ ਦਾ ਸਿਪਾਹੀ ਭਟਕਿਆ ਹੋਇਆ, ਉਧਰੋਂ ਸਿੰਘਾਂ ਨੂੰ ਨਹੀਂ ਪਤਾ। ਉਹ ਆਪਣੇ ਟਿਕਾਣੇ ਪਹੁੰਚ ਗਏ ਤੇ ਲੰਗਰ ਤਿਆਰ ਕੀਤਾ। ਇਹ ਮੈਂ ਹੈਰਾਨ ਹੋ ਗਿਆ ਪੜ੍ਹ ਕੇ। ਵੇਖੋ ਜਰਾ ਦੇਵੀ ਗੁਣ। ਜਦੋਂ ਲੰਗਰ ਤਿਆਰ ਹੋ ਗਿਆ ਨਾ, ਇੱਕ ਜੰਗਲ ਏ ਤੇ ਉਹਦੇ 'ਚ ਲਿਖਿਆ ਹੈ ਘੜਿਆਲ। ਸਿੰਘਾਂ ਨੇ ਨਾ ਘੜਿਆਲ ਰੱਖਿਆ ਹੁੰਦਾ ਸੀ। ਆਉਂ ਘੜਿਆਲ ਚੁੱਕਿਆ, ਉਹਦੇ ਤੇ ਸੱਟਾਂ ਮਾਰੀਆਂ 4-5 ਘੜਿਆਲ ਤੇ ਸੱਟਾਂ ਮਾਰ ਕੇ ਨਾ ਸਾਰੀ ਆਵਾਜ਼ ਗੂੰਜਦੀ ਸੀ ਜੰਗਲ। ਆਉਂ 4-5 ਘੜਿਆਲ ਤੇ ਸੱਟਾਂ ਮਾਰ ਕੇ ਕਹਿੰਦੇ ਗੁਰੂ ਕਾ ਲੰਗਰ ਤਿਆਰ ਹੈ ਬਈ, ਕੋਈ ਜੰਗਲ 'ਚ ਭੁੱਖਾ ਹੋਵੇ ਤੇ ਆ ਜਾਵੇ ਨਾਲ ਛਕਣ ਲਈ। ਗੱਜ ਕੇ ਆਖੋ ਸਤਿਨਾਮ। ਇਹ ਭਟਕਿਆ ਪਿਆ ਸਿਪਾਹੀ, ਇਹਨੇ ਸ਼ੁਕਰ ਕੀਤਾ ਵੀ ਕਿਸੇ ਦੀ ਜੰਗਲ 'ਚ ਆਵਾਜ਼ ਆਈ ਹੈ, ਕੋਈ ਮੈਨੂੰ ਸੁਣਾਈ ਦਿੱਤਾ। ਰਾਤ ਦਾ ਹਨੇਰਾ, ਡਰਿਆ ਪਿਆ, ਕੋਈ ਜਾਨਵਰ ਕਿੱਥੇ ਜਾਵਾਂ, ਭੇਤੀ ਨਹੀਂ ਸੀ, ਫਸ ਗਿਆ ਜੰਗ ਵਿੱਚ। 2 ਵਾਰੀ ਕਰਦੇ ਸੀ, ਦੂਜੀ ਵਾਰੀ ਫਿਰ ਉਹਨਾਂ ਘੜਿਆਲ ਤੇ ਹੂੰ ਮਾਰਿਆ, ਜੋ ਵੀ ਉਹਨਾਂ ਦੀ ਰੀਤ ਸੀ। ਫਿਰ ਆਖਿਆ ਬਈ ਦੂਜੀ ਵਾਰੀ ਬੇਨਤੀ ਆ, ਅਸੀਂ ਲੰਗਰ ਸ਼ੁਰੂ ਕਰਨ ਲੱਗੇ ਆ, ਜੰਗਲ 'ਚ ਕੋਈ ਭੁੱਖਾ ਹੋਵੇ ਉਹ ਵੀ ਆ ਜਾਵੇ। ਆਖੋ ਸਤਿਨਾਮ। ਇਹਨੇ ਦੂਜੀ ਵਾਰੀ ਆਵਾਜ਼
ਸੁਣ ਕੇ ਤੇ ਕਦਮਾਂ ਦੇ ਨਾਲ ਉੱਥੇ ਪਹੁੰਚ ਗਿਆ। ਜਦੋਂ ਪਹੁੰਚ ਗਿਆ ਸਾਰੇ ਸਿੰਘ ਖੜੇ, ਹੁਣ ਅੰਦਰੋਂ ਡਰਦਾ ਵੀ ਹੈ ਕਿ ਮਾਰਨਗੇ ਮੈਨੂੰ। ਇੱਕ ਸਿੰਘ ਕੋਲ ਆਇਆ, ਉਹ ਡਰਿਆ ਪਿਆ ਸਿਪਾਹੀ, ਆਉਂ ਮੋਢੇ ਤੋਂ ਫੜਿਆ, ਕਹਿਣ ਲੱਗਾ ਡਰ ਨਾ, ਅੰਦਰ ਆ, ਪੰਗਤ ਚ ਬਹਿ, ਲੰਗਰ ਛਕ। ਉਹ ਲਫ਼ਜ਼ ਮੈਂ 1 ਮਿੰਟ ਚ ਬੋਲਾਂ ਜਿਹੜੇ ਮੈਂ ਪੜ੍ਹੇ ਨਾ, ਪ੍ਰਿੰਸੀਪਲ ਸਤਵੀਰ ਸਿੰਘ ਜੀ ਦੇ ਲਿਖੇ ਹੋਏ। ਉਸ ਤੋਂ ਪਹਿਲੇ ਮੇਰਾ ਦਿਲ ਕਰਦਾ ਹੈ ਆ ਪੜ੍ਹਿਓ ਜਰਾ, ਹੈ ਇਹੋ ਜੀ ਦੱਸੋ ਕਿਤੇ ਦੇਵੀ ਗੁਣ ਹੋਵੇ, ਜੰਗਲ ਹੋਵੇ, ਦੁਸ਼ਮਣ, ਪਰ ਘੜਿਆਲ ਵਜਾ ਕੇ ਆਵਾਜ਼ ਦਿੰਦੇ ਕੋਈ ਹੈਗਾ ਭੁੱਖਾ ਵੀ ਆ ਜੇ ਇੱਥੇ ਨਾ। ਨਹੀਂ 1 ਮਿੰਟ ਜਰਾ, ਅੱਜ ਗੁਰੂ ਦੇ ਮਾਣ ਚ ਸਿੱਖ ਉੱਚਾ ਕਰੋ ਸਿਰ। ਕੌਣ ਹੋ ਤੁਸੀਂ? ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਤੇਰੇ ਭਾਣੇ ਸਰਬੱਤ ਦਾ ਭਲਾ, ਤੇਰੇ ਭਾਣੇ ਤੇਰੇ ਭਾਣੇ ਸਰਬੱਤ ਦਾ ਭਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਕੇ ਸਿੱਖ ਲੈ ਕੇ ਪੰਗਤ ਚ ਪਾਇਆ, ਪਤਾ ਹੈ ਅਬਦਾਲੀ ਦਾ ਸਿਪਾਹੀ। ਉੱਥੇ ਫਿਰ ਇੱਕ ਲਫ਼ਜ਼ ਲਿਖੇ ਨੇ, ਕਹਿਣ ਲੱਗੇ ਅਬਦਾਲੀ ਦੇ ਸਿਪਾਹੀ ਘਬਰਾਹਟ ਕੱਢਦੇ, ਬਾਹਰ ਤੇ ਜੰਗਲੀ ਜਾਨਵਰਾਂ ਤੋਂ ਤੈਨੂੰ ਖਤਰਾ ਸੀ, ਇੱਥੇ ਕੋਈ ਖਤਰਾ ਨਹੀਂ। ਅਗਲੇ ਲਫ਼ਜ਼ ਲਿਖੇ ਹੈ, ਗੁਰੂ ਦੇ ਸਿੱਖ ਕੀ ਕਹਿੰਦੇ ਉਹਨੂੰ? ਕਹਿੰਦੇ ਤੂੰ ਇਸ ਵੇਲੇ ਖਾਲਸੇ ਦੀ ਸ਼ਰਨ ਵਿੱਚ। ਦੂਜਾ ਲਫ਼ਜ਼ ਲਿਖਿਆ, ਤੂੰ ਇਸ ਵੇਲੇ ਖਾਲਸੇ ਦੀ ਪਨਾਹ ਵਿੱਚ। ਇੱਥੇ ਤੈਨੂੰ ਘਬਰਾਉਣ ਦੀ ਲੋੜ ਨਹੀਂ, ਆਰਾਮ ਨਾਲ ਪ੍ਰਸ਼ਾਦਾ ਛਕ, ਆਰਾਮ ਕਰ। 2:30 ਸਿੱਖ ਸਵੇਰੇ ਤੈਨੂੰ ਬਾਹਰ ਛੱਡ ਕੇ ਵੀ ਆਉਣਗੇ, ਬਾਹਰ ਮੰਜ਼ਿਲ ਤੱਕ ਛੱਡ ਕੇ ਵੀ। ਤੇ ਅਗਲੇ ਲਫ਼ਜ਼ ਸੁਣਿਓ, ਗੁਰੂ ਦੇ ਸਿੱਖਾਂ ਨੇ ਕੀ ਕਹੇ? ਕਹਿਣ ਲੱਗੇ ਅਬਦਾਲੀ ਦੇ ਸਿਪਾਹੀ, ਜੇ ਤੂੰ ਕੱਲ ਨੂੰ ਮੈਦਾਨੇ ਜੰਗ ਵਿੱਚ ਸਾਡੇ ਸਾਹਮਣੇ ਆਏਗਾ, ਉੱਥੇ ਫਿਰ ਤੇਰੇ ਨਾਲ 2 ਹੱਥ ਕਰਾਂਗੇ। ਇਹਦਾ ਵੀ ਗੁਣ ਹੈ, ਕੱਲ ਨੂੰ ਮੈਦਾਨੇ ਜੰਗ ਵਿੱਚ ਸਾਹਮਣੇ ਆਏਗਾ, ਉੱਥੇ 2-2 ਹੱਥ ਕਰਾਂਗੇ, ਪਰ ਇੱਥੇ ਤੇਰੀ ਰਾਖੀ ਕਰਾਂਗੇ, ਤੈਨੂੰ ਲੰਗਰ ਛਕਾਵਾਂਗੇ। ਕਿਉਂ? ਸਾਡੀ ਸਿੱਖੀ ਵਿੱਚ ਨਿਹੱਥਿਆਂ ਤੇ ਵਾਰ ਨਹੀਂ, ਉੱਥੇ ਨਹੀਂ ਹੈ। ਤੂੰ ਗਾਵਾਂ ਟੋਲਿਆ ਹੋਇਆ ਆਇਆ, ਹੁਣ ਇੱਥੇ ਨਹੀਂ, ਤੇ ਇੱਥੇ ਤੈਨੂੰ ਪ੍ਰਸ਼ਾਦਾ ਛਕਾਵਾਂਗੇ, ਆਰਾਮ ਕਰਾਂਗੇ ਮੰਜ਼ਿਲ। ਕੱਲ ਨੂੰ ਕਿਤੇ ਮੈਦਾਨੇ ਜੰਗ ਚ ਆਏਗਾ, ਫਿਰ 2-2 ਹੱਥ ਕਰਾਂਗੇ। ਆ ਸਿੱਖੀ ਹੈ, ਗੱਜ ਕੇ ਆਖੋ ਸਤਿਨਾਮ। ਆ ਦੇਵੀ ਗੁਣ ਨੇ। ਮੈਂ ਕੀ ਦੱਸਾਂ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ, ਨਾ ਹੈ, ਨਾ ਹੋਏਗਾ। ਚਲਾਣਾ ਤੀਰ, 1.25 ਤੋਲਾ ਸੋਨਾ ਤੀਰ ਨੂੰ ਲੱਗਾ ਹੋਵੇ। ਮਹਾਰਾਜ ਤੇ ਤੀਰ ਉਹਨੂੰ ਚਲਾਣ ਦੇ ਆ ਮਾਰਨ ਲਈ। ਕਲਗੀਆਂ ਵਾਲਾ ਕਹਿੰਦਾ ਜਿਹਨੂੰ ਤੀਰ ਮਾਰਨੇ ਆ ਉਹਦੇ ਨਾਲ ਵੈਰ ਕੋਈ ਨਹੀਂ, ਜ਼ੁਲਮੀ ਵੱਲੋਂ ਆਇਆ, ਜ਼ੁਲਮ ਕਰਨ ਤਾਂ ਤੀਰ ਮਾਰ ਰਹੇ ਆ। 1.25 ਤੋਲਾ ਸੋਨਾ ਤਾਂ ਲਾਇਆ ਜੇ ਮਰ ਜੇ ਤੇ ਖਫਣ ਦਾ ਪ੍ਰਬੰਧ ਹੋ ਜੇ, ਜੇ ਜ਼ਖਮੀ ਹੋ ਜੇ ਤੇ ਦਵਾ ਦਾਰੂ ਦਾ ਪ੍ਰਬੰਧ ਹੋ ਜੇ, ਇਹਦੇ ਨਾਲ ਵੈਰ ਕੋਈ ਨਹੀਂ। ਕਲਗੀਧਰ ਮਹਾਰਾਜ ਵਰਗਾ ਐਡਾ ਵੱਡਾ ਵਿਰਸਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ
ਬਾਬੇ ਨਾਨਕ ਦੇ ਸਕੂਲ ਦੀ 13ਵੀਂ ਕਲਾਸ दैवी गुण आने शुरू हो जाते हैं। ये दैवी गुण ने सरबत दा भला, ये दैवी गुण ने होवे गुरु हरगोबिंद साहब ते मोरी जी दा पुत्र आनंद पालकी जी ते महाराज मोढ़ा दे हाको सतनाम, ये दैवी गुण ने। मेरे गुरु हरगोबिंद साहब तुहाडे सारियां ते किरपा करन, तुहाडे घरां विच समाज विच तुहाडी धार्मिक दुनिया विच ये दैवी गुण 13ਵੀਂ ਕਲਾਸ ਆਪਾਂ ਸਾਰੇ ਚੜੀਏ। ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ। ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਵੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਤੇਰੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਕਰ ਕਿਰਪਾ ਪ੍ਰਭ ਸਾਧ ਸੰਗ, ਪ੍ਰਭ ਸਾਧ ਸੰਗ, ਪ੍ਰਭ ਸਾਧ ਸੰਗ, ਪ੍ਰਭ ਸਾਧ बोले सोने हाल सत श्री ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਤੇ ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ, ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850।